ਦੀਵਾ ਬਣਿਆ ਹੈ ਤੇ ਜ਼ਾਲਮਾਂ ਨੇ ਰੂਹ ਵੀ ਵਲੇਟ ਦਿੱਤੀ, ਵੱਟੀ ਵੀ ਹੈ, ਪਰ ਅੱਜ ਤੇਲ ਨਹੀਂ ਬਲਿਆ, ਗੁਰੂ ਕੇ ਸਿੱਖ ਦਾ ਖੂਨ ਬਲਿਆ ਏ। ਤੇ ਖੂਨ ਬਲ ਕੇ ਉਸ ਦੀਵੇ ਨੂੰ ਐਸਾ ਚਾਨਣਾ ਦਿੱਤਾ ਇਸ ਦੇਸ਼ ਨੂੰ ਕਿ ਉਸ ਚਾਨਣੇ ਦੇ ਕਰਕੇ ਅੱਜ ਵੀ ਇਹ ਗੁਰਦੁਆਰਿਆਂ ਤੇ ਮੰਦਰਾਂ ਦੇ ਵਿੱਚ ਚਾਨਣਾ ਨਜ਼ਰ ਆ ਰਿਹਾ ਹੈ। ਸ਼ਹੀਦੀ ਹੋ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਨੂੰ ਇੱਕ ਦਿਨ ਲਈ ਛੱਡ ਦਿੱਤਾ ਗਿਆ, ਕੀ ਪਤਾ ਡੋਲ ਜਾਣ। ਤੇ ਦੂਜੇ ਦਿਨ ਸਾਹਮਣੇ ਆਏ ਨੇ ਕਾਜੀ ਕੋਤਵਾਲ ਤੇ ਜੱਲਾਦ। ਕਾਜੀ ਨੇ ਆਉਂਦਿਆਂ ਹੀ ਕਿਹਾ, ਸਤਿਗੁਰੂ ਜੀ ਭੁਲੇਖੇ ਚ ਨਾ ਰਹਿਣਾ, ਮੈਂ ਖਾਨਦਾਨੀ ਕਾਜੀ ਹਾਂ, ਮੇਰੇ ਬਾਪ ਦਾਦੇ ਇਹੋ ਜਿਹੇ ਫਤਵੇ ਦਿੰਦੇ ਆਏ ਨੇ, ਅਸੀਂ ਛੱਡਾਂਗੇ ਨਹੀਂ ਤੁਹਾਨੂੰ। ਤੇ ਕੋਤਵਾਲ ਕਹਿਣ ਲੱਗਾ, ਮੈਂ ਵੀ ਖਾਨਦਾਨੀ ਕੋਤਵਾਲ ਹਾਂ, ਮੇਰੇ ਬਾਪ ਦਾਦੇ ਵੀ ਇਹੀ ਕੁਝ ਕਰਦੇ ਆਏ ਨੇ, ਅਸੀਂ ਛੱਡਾਂਗੇ ਨਹੀਂ ਤੁਹਾਨੂੰ ਜਦ ਤੱਕ ਸਾਡੀ ਗੱਲ ਨਹੀਂ ਮੰਨੋਗੇ। ਜੱਲਾਦ ਤੋਂ ਵੀ ਨਾ ਰਿਹਾ ਗਿਆ। ਜੱਲਾਦ ਨੇ ਕਿਹਾ, ਮੈਂ ਵੀ ਖਾਨਦਾਨੀ ਜੱਲਾਦ ਹਾਂ, ਮੇਰੇ ਬਾਪ ਦਾਦੇ ਵੀ ਇਹੀ ਕੁਝ ਕਰਦੇ ਆਏ ਨੇ। ਜਦ ਇਹ ਕਿਹਾ ਨਾ ਤੇ ਸਾਹਮਣੇ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੇ ਵਜਦ ਚ ਆ ਕੇ ਕਹਿ ਦਿੱਤਾ, ਭਾਈ ਸੱਜਣੋ ਤੂੰ ਖਾਨਦਾਨੀ ਕਾਜੀ ਹੈ, ਤੂੰ ਖਾਨਦਾਨੀ ਜੱਲਾਦ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਪਰ ਇੱਕ ਗੱਲ ਯਾਦ ਰੱਖਣਾ, ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਤੁਹਾਡੇ ਖਾਨਦਾਨ ਦੇ ਵਿੱਚ ਕਾਜੀ ਕੋਤਵਾਲ ਜੱਲਾਦ ਪੈਦਾ ਹੋਣੇ ਬੰਦ ਹੋ ਜਾਣਗੇ, ਪਰ ਮੇਰੇ ਖਾਨਦਾਨ ਵਿੱਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ, क्योंकि मेरे अजदाद से मिला है मुझे विरसा शहादत का, मेरी औलाद को जागीर है जामे शहादत की, मेरी औलाद को जागीर है जामे शहादत की। ਕਹਿੰਦੇ ਮੇਰੀ ਔਲਾਦ ਨੂੰ ਇਹ ਮੈਂ ਵਿਰਾਸਤ ਵਿੱਚ ਦੇ ਕੇ ਜਾ ਰਿਹਾ, ਕਿਉਂਕਿ ਮੇਰੇ ਦਾਦਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੈਨੂੰ ਇਹ ਕੁਝ ਵਿਰਾਸਤ ਵਿੱਚ ਦਿੱਤਾ ਹੈ। ਤੁਸੀਂ ਵੇਖੋ ਫਿਰ ਇਸ ਖਾਨਦਾਨ ਨੇ ਕਿਤਨੀਆਂ ਸ਼ਹੀਦੀਆਂ ਦਿੱਤੀਆਂ, ਤੇ ਅੱਜ ਤੱਕ ਸਿੰਘ ਸੂਰਮੇ ਸਿਰਾਂ ਉੱਤੇ ਖਫਨ ਬਨ ਕੇ ਤਿਆਰ ਬਰ ਤਿਆਰ ਰਹਿੰਦੇ ਨੇ, ਜਦ ਵੀ ਗੁਰੂ ਨੂੰ ਜਾਂ ਗੁਰੂ ਦਰਬਾਰ ਨੂੰ ਲੋੜ ਹੋਵੇ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ, ਅਸੀਂ ਸ਼ਹੀਦੀ ਦੇਣ ਲਈ ਤਿਆਰ ਹਾਂ। ਪੁੱਛ ਲਿਆ ਕੋਈ ਅਖੀਰੀ ਇੱਛਾ, ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਜੀ ਕਹਿਣ ਲੱਗੇ ਕਿ ਇਸ਼ਨਾਨ ਕਰਨਾ ਹੈ, ਕਿਉਂਕਿ ਜਦ ਤੋਂ ਤੁਰੇ ਸਨ ਤੇ ਦਿੱਲੀ ਪਹੁੰਚੇ ਸਨ ਇਸ਼ਨਾਨ ਨਹੀਂ ਸੀ ਕੀਤਾ। ਤੇ ਇੱਥੇ ਜੋ ਥੱਲੇ ਤੁਸੀਂ ਖੂਹ ਵੇਖਦੇ ਹੋ ਸ਼ਹੀਦੀ ਅਸਥਾਨ ਤੇ ਸੀਸਗੰਜ ਸਾਹਿਬ, ਇਸ ਖੂਹ ਤੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਤੇ ਜੱਲਾਦ ਸਾਹਮਣੇ ਖੜੇ ਨੇ ਤੇ ਹੋਕਾ ਦੇ ਕੇ ਬੇਅੰਤ ਲੋਕਾਂ ਨੂੰ हुकूमत ने बुलाया सी ताकि वेख के डर जान। गुरु तेग बहादुर साहब जी ने कहा गया कि कोई अखीरी इच्छा, गुरु तेग बहादुर साहब जी ने कहा कि जपजी साहब का पाठ करांगे, ते जिस वेले जपजी साहब का पाठ पूरा होवेगा असी मालक वाहिगुरू जी के सामने सजदे च अपना सीस झुकावांगे, ते जल्लाद तू अपनी तलवार का वार कर दई। जपजी साहब का पाठ आरंभ होया, ज्यों ज्यों पाठ समाप्ति वाल तुरिया त्यों त्यों लोगों के हिरदे अंदरों कंबन लग गए, अखां तो नीर की झड़ी लगी है, जज्बा ते अंदरों जागदा है, पर जालम हुकूमत का डर भी है। ते उस वेले एक सिख भी इस भीड़ दे विच वो खड़ा है, वो कौन? भाई जेता, जिहदी अखां लाल होईयां ने, पर क्योंकि गुरु का हुक्म है, नाल ये भी है कि जिस वेले शहीदी होवेगी ते गुरु दे धड़ ते सीस दी संभाल करनी है। कहते ज्यों जपजी साहब का पाठ समाप्त होया, गुरु तेग बहादुर साहब सतगुरु जी ने सिजदे च मालक वाहिगुरू जी के सामने सीस झुकाया, ते जल्लाद दी तलवार का एक भरपूर वार होया, ते नावे सतगुरु जी का गुरु तेग बहादुर साहब जी का सीस धड़ तो अलहदा होके दूर जाके डिगया, ते हर पासे हाहाकार मच गई। जिस तरह कुदरत भी करोपी च आ गई, एक झक्खड़ झुल पिया, काली बोली अंधेरी तुर पई, हथ नूं हथ नहीं सुझदा, लोकां च भगदड़ मच गई। ते कहंदे जो बचन कहे ने ना, है सब जग भयो जय 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 सुरलोक, उस सुरलोक दे च जय जयकार हो रही है। पर एक हिंदू भरा ने ये अर्थ इउं भी कीते ने, वो कहंदा मैं ये तां वेखदा वाकई च हाहाकार मची हुई है,
ਪਰ ਮੈਨੂੰ ਇਉਂ ਵੀ ਜਾਪਦਾ ਹੈ ਕੋਈ ਸਾਡਾ ਵੀ ਹੈ ਜਿਹਦੀ ਬਾਹ ਫੜਨ ਕਰਕੇ ਅੱਜ ਸਾਡੇ ਧਰਮ ਦੀ ਰਹਿ ਆਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋ ਗਈ। ਭਾਈ ਜੈਤਾ ਜੀ ਜੋ ਵਿੱਚ ਖੜੇ ਸਨ, ਇੱਕਦਮ ਛਾਲ ਮਾਰ ਕੇ, ਕਿਉਂਕਿ ਜਦ ਕਾਲੀ ਬੋਲੀ ਅੰਧੇਰੀ ਤੁਰੀ, ਖੇਡ ਮਾਲਕ ਵਾਹਿਗੁਰੂ ਜੀ ਨੇ ਵਰਤਾਈ ਤੇ ਸਿਪਾਹੀ ਵੀ ਘਬਰਾ ਗਏ, ਇੱਧਰ ਉੱਧਰ ਹੋਏ, ਤੇ ਭਾਈ ਜੈਤਾ ਜੀ ਨੇ ਇੱਕਦਮ ਦੌੜ ਕੇ ਜਦ ਗੁਰੂ ਦੇ ਸੀਸ ਨੂੰ ਸੰਭਾਲਿਆ, ਪਿੱਛੇ ਧੜ ਨਜ਼ਰ ਆਇਆ। ਹੁਣ ਮਨ ਭਰ ਗਿਆ ਕਿ ਮੈਂ ਆਨੰਦਪੁਰ ਸਾਹਿਬ ਤੱਕ ਪੂਰੇ ਸਰੀਰ ਨੂੰ ਲੈ ਕੇ ਜਾ ਨਹੀਂ ਸਕਦਾ, ਤੇ ਕਰਾਂ ਕੀ? ਅਰਦਾਸ ਕੀਤੀ, ਸੀਸ ਨੂੰ ਸੰਭਾਲਿਆ ਤੇ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੇ ਕਿਰਪਾ ਕਰੋਗੇ ਤੇ ਧੜ ਨੂੰ ਸੰਭਾਲਣ ਵਾਲਾ ਵੀ ਕੋਈ ਆ ਜਾਵੇਗਾ। ਭਾਈ ਜੈਤਾ ਜੀ ਉਸੇ ਵੇਲੇ ਤੁਰ ਪਏ। ਇਧਰੋਂ ਭਾਈ ਲੱਖੀ ਸ਼ਾਹ ਵਣਜਾਰਾ, ਜੋ ਉਹਨਾਂ ਨੇ ਵੀ ਤਿਆਰੀ ਕੀਤੀ ਹੋਈ ਸੀ। ਤੁਸੀਂ ਵੇਖੋ, ਭਾਈ ਜੈਤਾ ਜੀ ਨੇ ਪਤਾ ਸੀ ਕਿ ਗੁਰੂ ਦਾ ਸੀਸ ਸੰਭਾਲਦਿਆਂ ਮੇਰਾ ਸੀਸ ਵੀ ਲੱਗ ਸਕਦਾ ਹੈ, ਪਰ ਮੇਰਾ ਸੀਸ ਲੱਗ ਜਾਵੇ ਤੇ ਲੱਗ ਜਾਵੇ, ਮੇਰੇ ਗੁਰੂ ਦੇ ਸੀਸ ਨੂੰ ਆਂਚ ਨਾ ਆਵੇ। ਉਹ ਜਜ਼ਬਾ ਸੀ ਤੇ ਸੀਸ ਲੈ ਕੇ ਤੁਰ ਗਏ। ਇੱਧਰ ਭਾਈ ਲੱਖੀ ਸ਼ਾਹ ਵਣਜਾਰੇ ਨੇ ਵੀ ਪਰਵਾਹ ਨਹੀਂ ਕੀਤੀ, ਭਾਵੇਂ ਦੋਵੇਂ ਪਿਓ ਪੁੱਤਰ ਸ਼ਹੀਦ ਹੋ ਜਾਈਏ ਤੇ ਹੋ ਜਾਈਏ, ਪਰ ਗੁਰੂ ਦੇ ਸਰੀਰ ਨੂੰ ਸੰਭਾਲਣ ਦਾ ਯਤਨ ਜ਼ਰੂਰ ਕਰਨਾ ਹੈ। ਜਿਸ ਵੇਲੇ ਉਹ ਬੈਲ ਗੱਡੀਆਂ ਦੌੜਾ ਕੇ ਉੱਥੇ ਪਹੁੰਚੇ ਤੇ ਵੇਖਿਆ ਸੀਸ ਨਜ਼ਰ ਨਹੀਂ ਆਇਆ, ਧੜ ਨੂੰ ਸੰਭਾਲ ਲਿਆ ਤੇ ਲਿਖਿਆ, ਲੱਖੀ ਨਿਗਾਇਆ ਲੈ ਚਲੇ ਤੂੰ ਖੜਾ ਤਮਾਸ਼ਾ ਦੇਖ। ਇਹ ਹੁਕੂਮਤ ਹੈ ਸਿਪਾਹੀਓ, ਜਿਨ੍ਹਾਂ ਨੇ ਗੁਰੂ ਦਾ ਧੜ ਲੈ ਜਾਣਾ ਸੀ ਉਹ ਲੈ ਗਏ, ਤੁਸੀਂ ਵੇਖਦੇ ਹੀ ਰਹਿ ਗਏ। ਤੇ ਪਹੁੰਚੇ ਰਕਾਬਗੰਜ। ਇਸ ਜਗ੍ਹਾ ਤੇ ਭਾਈ ਲੱਖੀ ਸ਼ਾਹ ਜੀ ਦਾ ਪਿੰਡ ਹੁੰਦਾ ਸੀ ਤੇ ਪਹਿਲਾਂ ਤੋਂ ਤਿਆਰੀ ਕੀਤੀ ਹੋਈ ਸੀ। ਘਰ ਦੇ ਚ ਸੋਹਣਾ ਬਿਸਤਰਾ। ਉੱਥੇ ਜਦ ਧੜ ਪਹੁੰਚਿਆ ਹੈ, ਤੁਸੀਂ ਦੇਖੋ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਇੱਥੇ ਵੀ ਕੋਈ ਸਿਮਰਨ ਕਰ ਰਿਹਾ ਸੀ। ਉਹ ਕੌਣ? ਉਹ ਲੱਖੀ ਸ਼ਾਹ ਦੀ ਬੇਟੀ ਸੀਤੋ ਬਾਈ। ਉਹ ਅਰਦਾਸਾਂ ਕਰ ਰਹੀ ਸੀ, ਗੁਰੂ ਤੇਗ ਬਹਾਦਰ ਸਾਹਿਬ ਕਦੀ ਤੁਸੀਂ ਆਓਗੇ, ਚਰਨ ਪਾਓਗੇ, ਦਰਸ਼ਨ ਦਿਓਗੇ। ਤੇ ਜਦ ਪਹੁੰਚਿਆ, ਧੜ ਵੇਖਿਆ, ਸੀਸ ਨਜ਼ਰ ਨਾ ਆਇਆ, ਅੱਖਾਂ 'ਚ ਅਥਰੂ, ਹੱਥ ਜੁੜ ਗਏ। ਮੇਰੇ ਸਤਿਗੁਰੂ ਇਉਂ ਆਓਗੇ, ਮੈਨੂੰ ਪਤਾ ਨਹੀਂ ਸੀ ਕਿ ਸੀਸ ਨਜ਼ਰ ਨਹੀਂ ਆਵੇਗਾ, ਧੜ ਆਵੇਗਾ, ਪਰ ਤੁਸੀਂ ਆਏ ਜ਼ਰੂਰ ਹੋ। ਆਪਣੀ ਬੱਚੀ ਨੂੰ ਭਾਗ ਲਾਏ ਨੇ। ਇੱਕ ਅਰਦਾਸ ਹੈ ਇਸ ਬੱਚੀ ਦੀ, ਜੇ ਮੇਰੇ ਸਿੱਖ ਭਰਾਵਾਂ ਨੇ, ਮੇਰੇ ਗੁਰੂ ਨੇ ਇਉਂ ਸ਼ਹੀਦੀ ਦਿੱਤੀ ਹੈ, ਤੇ ਅੱਜ ਇੱਕ ਅਸੀਸ ਆਪਣੀ ਬੱਚੀ ਨੂੰ ਦੇ ਕੇ ਜਾਓ। ਮੇਰਾ ਆਨੰਦ ਕਾਰਜ ਉਸ ਘਰ ਦੇ ਵਿੱਚ ਪੜਾਇਆ ਜਾਵੇ ਜੋ ਖਾਨਦਾਨ ਸ਼ਹੀਦਾਂ ਦਾ ਖਾਨਦਾਨ ਹੋਵੇ। ਇਹ ਅਰਦਾਸ ਪ੍ਰਵਾਨ ਹੋਈ ਹੈ ਬਾਅਦ ਵਿੱਚ। ਸੀਤੋ ਬਾਈ ਜੀ ਦਾ ਆਨੰਦ ਕਾਰਜ ਵਿਆਹ ਭਾਈ ਮਨੀ ਸਿੰਘ, ਸ਼ਹੀਦ ਮਨੀ ਸਿੰਘ ਜੀ ਨਾਲ ਹੋਇਆ ਸੀ। ਇਹ ਇਹੋ ਜਿਹਾ ਖਾਨਦਾਨ ਜਿਸ ਵਿੱਚ ਭਾਈ ਮਨੀ ਸਿੰਘ ਦਿਆਲਾ ਜੀ, ਇਹ 12 ਭਰਾ, 12 ਵਿੱਚੋਂ 11 ਸ਼ਹੀਦ। ਅੱਗੇ ਕਹਿੰਦੇ ਇਹਨਾਂ ਦੇ 11 ਪੁੱਤਰ, ਉਹਨਾਂ ਵਿੱਚੋਂ ਵੀ 10 ਸ਼ਹੀਦ। ਅੱਗੇ ਪੋਤਰੇ ਸਨ 10 ਦੇ 10 ਉਹ ਸ਼ਹੀਦ। ਕਹਿੰਦੇ ਇਸ ਤਰੀਕੇ ਦੇ ਨਾਲ ਇਹ ਖਾਨਦਾਨ, ਗਿਣਤੀ ਕੁਝ ਅੱਗੇ ਪਿੱਛੇ ਹੋ ਸਕਦੀ ਹੈ, ਖਿਮਾ ਮੰਗ ਲਿਆ, ਪਰ ਇਹ ਖਾਨਦਾਨ ਇਹੋ ਜਿਹਾ ਸ਼ਹੀਦਾਂ ਦਾ ਖਾਨਦਾਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਨਾਲ ਜੰਗਾਂ ਦੇ ਵਿੱਚ ਇਸ ਖਾਨਦਾਨ ਦੇ ਪੁੱਤਰ ਇਉਂ ਸ਼ਹੀਦੀਆਂ ਦਿੰਦੇ ਰਹੇ ਨੇ। ਕਹਿੰਦੇ ਘਰ ਦੀ ਪਰਵਾਹ ਨਹੀਂ ਕੀਤੀ, ਘਰ ਨੂੰ ਅੱਗ ਲਾ ਦਿੱਤੀ। ਭਾਈ ਲੱਖੀ ਸ਼ਾਹ ਵਣਜਾਰੇ ਨੇ, ਮਤਾਂ ਕਿਤੇ ਸਮਝਣਾ ਸੌਖੀ ਗੱਲ ਹੈ, ਘਰ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਦਾਸ ਤੇ ਕਹਿੰਦਾ ਹੁੰਦਾ, ਕੁਝ ਸਾਲ ਪਹਿਲਾਂ ਜਦ MCD ਵਾਲੇ ਲੋਕਾਂ ਦੇ ਘਰ ਤੋੜ ਰਹੇ ਸਨ ਨਾ, ਤੇ ਉਦੋਂ ਲੋਕ ਜਾਨਾਂ ਵਾਰਨ ਨੂੰ ਤਿਆਰ ਹੁੰਦੇ ਸਨ, ਭੁੱਬਾਂ ਨਿਕਲ ਜਾਂਦੀਆਂ ਸਨ। ਇੱਕ ਪੰਛੀ ਵੀ ਜੇ ਉਹਦਾ ਆਲਣਾ ਕੋਈ ਤੋੜਨ ਤੇ ਆਵੇ, ਜਾਨ ਦੀ ਪਰਵਾਹ ਨਹੀਂ ਕਰਦਾ, ਉਹ ਵੀ ਮੂੰਹ ਤੇ ਪੰਜਾ ਮਾਰ ਦਿੰਦਾ ਹੈ, ਕਿਉਂਕਿ ਘਰ ਕੇਵਲ ਘਰ ਨਹੀਂ ਹੁੰਦਾ, ਉੱਤੇ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ। ਪਰ ਗੁਰੂ ਕੇ ਸਿੱਖ ਨੇ ਘਰ ਨੂੰ ਹੀ ਅੱਗ ਲਾ ਦਿੱਤੀ ਤਾਂ ਕਿ ਗੁਰੂ ਦੇ ਧੜ ਦਾ ਸੰਸਕਾਰ ਹੋ ਜਾਵੇ, ਕੋਈ ਬੇਅਦਬੀ ਨਾ ਹੋਵੇ। ਬੜਾ ਸੁੰਦਰ ਲਿਖਿਆ, ਮੇਰੇ ਸਤਿਗੁਰੂ ਤੈਨੂੰ 2 ਸ਼ਾਹ ਮਿਲੇ, ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜਗ ਅੰਦਰ ਇੰਜ ਪ੍ਰਗਟਾਇਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ ਉਸ ਕੂਕ ਸੁਣਾਇਆ, ਮੱਖਣ ਸ਼ਾਹ ਲਬਾਣਾ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਜਗ ਅੰਦਰ ਇੰਜ ਲੁਕੋਇਆ, ਆਪਣੇ ਹੱਥ ਨਾਲ ਆਪਣੇ ਘਰ ਨੂੰ ਲਾਂਬੂ ਲਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ, ਉਸ ਵੀ ਆਪਣਾ ਫਰਜ਼ ਨਿਭਾਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੈਸੀ ਮਹਾਨ ਕਿਰਪਾ ਕੀਤੀ। ਫਿਰ ਭਾਈ ਲੱਖੀ ਸ਼ਾਹ ਵਣਜਾਰੇ ਨੂੰ ਗੁਰਦੁਆਰਾ ਰਕਾਬਗੰਜ ਆਪਣੇ ਨਾਲ ਹੀ ਬਿਠਾ ਲਿਆ ਹੈ।
ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੇ ਰੂਪ ਵਿੱਚ। ਇੱਧਰ ਭਾਈ ਜੈਤਾ ਜੀ ਜੋ ਸੀਸ ਲੈ ਕੇ ਤੁਰੇ, ਇਹ ਕਿਸੇ ਪਲੇਨ ਰਾਹੀਂ ਟ੍ਰੇਨ ਰਾਹੀਂ ਨਹੀਂ ਗਏ ਨੇ, ਇਹ ਕਾਰ ਮੋਟਰ ਰਾਹੀਂ ਜਾਂ ਘੋੜਿਆਂ ਉੱਤੇ ਨਹੀਂ ਗਏ ਨੇ, ਪੈਦਲ ਤੁਰ ਕੇ ਭਾਈ ਜੈਤਾ ਜੀ ਸੀਸ ਆਨੰਦਪੁਰ ਸਾਹਿਬ ਤੱਕ ਲੈ ਕੇ ਗਏ ਨੇ। ਤੇ ਵਿੱਚ ਕਈ ਪੜਾ, ਕਿਤੇ ਧੋਬੀ ਦੇਵਾ ਰਾਮ ਮਿਲਿਆ ਏ, ਉਹ ਯਾਦ ਕਰ ਰਿਹਾ ਸੀ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਭਾਵੇਂ ਸੀਸ ਦੇ ਰੂਪ ਵਿੱਚ ਹੀ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪਹੁੰਚੇ ਨੇ। ਜੇ ਕਿਤੇ ਇੱਕ ਰਾਮਦੇਵਾ ਰਵਦਾਸੀਆ ਸਿੱਖ ਅੰਬਾਲੇ, ਉਹ ਯਾਦ ਕਰ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪਹੁੰਚ ਗਏ ਨੇ। ਇੱਕ ਨਾਢਾ ਸਾਹਿਬ ਗੁਰਦੁਆਰੇ, ਜਿੱਥੇ ਗੁਰਦੁਆਰਾ ਬਣਿਆ ਹੋਇਆ ਚੰਡੀਗੜ੍ਹ ਦੇ ਨੇੜੇ, ਉੱਥੇ ਇੱਕ ਮੁਸਲਮਾਨ ਫਕੀਰ ਉਹ ਪੁਕਾਰ ਕਰ ਰਿਹਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉੱਥੇ ਪਹੁੰਚਿਆ ਏ। ਜਿੱਥੇ ਜਿੱਥੇ ਵੀ ਕੋਈ ਯਾਦ ਕਰ ਰਿਹਾ ਏ, ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਪਹੁੰਚੇ ਨੇ। ਅਖੀਰ ਕੀਰਤਪੁਰ ਸਾਹਿਬ, ਕੀਰਤਪੁਰ ਸਾਹਿਬ ਤੋਂ ਫਿਰ ਸਿੱਖ ਦੌੜ ਕੇ ਗਿਆ, ਅੱਗੇ ਦੱਸਿਆ, ਤੇ ਅਨੰਦਪੁਰ ਸਾਹਿਬ ਤੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ 9 ਸਾਲ ਦੀ ਉਮਰ ਤੇ ਤੁਰੇ ਨੇ, ਨਾਲ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਨੇ, ਤੇ ਸ਼ਬਦ ਕੀਰਤਨ ਗਾਇਨ ਕਰਦਿਆਂ ਅਗਵਾਈ ਕਰਨ ਆਏ ਨੇ ਸੀਸ ਦੀ ਕੀਰਤਪੁਰ ਸਾਹਿਬ। ਖੈਰ ਇਹ ਜੇ ਕਿਤੇ ਮਹਿਸੂਸ ਕਰੀਏ ਤੇ ਹੈਰਾਨ ਹੋ ਜਾਵਾਂਗੇ। ਕਹਿੰਦੇ ਸਭ ਤੋਂ ਪਹਿਲਾਂ ਮਾਤਾ ਨਾਨਕੀ ਜੀ ਨੇ ਦੀਦਾਰ ਕੀਤੇ ਸਨ, ਤੇ ਜਦ ਨੂਰ ਚਿਹਰੇ ਤੇ ਵੇਖਿਆ ਤੇ ਹੱਥ ਸੀਸ ਉੱਤੇ ਰੱਖ ਦਿੱਤੇ। ਮੇਰੇ ਪੁੱਤਰ, ਚਿਹਰੇ ਉੱਤੇ ਨੂਰ ਤਾਂ ਉਹੀ ਹੈ ਜੋ ਅਨੰਦਪੁਰ ਸਾਹਿਬ ਤੋਂ ਤੁਰਨ ਲੱਗਿਆ ਸੀ। ਇੱਕ ਕੋਈ ਆਮ ਮਾਂ ਹੋਵੇ ਨਾ, ਜਿਹਦਾ ਪੁੱਤਰ ਸ਼ਰਾਬੀ ਕਬਾਬੀ ਹੋਵੇ, ਅੱਤ ਦਾ ਦੁੱਖ ਦੇਣ ਵਾਲਾ ਹੋਵੇ, ਉਹਦੀ ਵੀ ਲੋਥ ਸਾਹਮਣੇ ਪਈ ਹੋਵੇ ਤੇ ਉਹਦੀ ਭੁੱਬਾਂ ਚੀਖਾਂ ਨਿਕਲ ਜਾਂਦੀਆਂ ਨੇ। ਤੇ ਜਿਹਦਾ ਪੁੱਤਰ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਵਰਗਾ, ਤੇ ਧੜ ਨਜ਼ਰ ਨਾ ਆਵੇ, ਸੀਸ ਨਜ਼ਰ ਆਵੇ, ਉਸ ਮਾਂ ਦੇ ਸੀਸ ਹਿਰਦੇ ਉੱਤੇ ਕੀ ਬੀਤਦੀ ਹੋਵੇਗੀ। ਮਾਤਾ ਗੁਜਰੀ ਜੀ ਅੱਗੇ ਵਧੇ ਨੇ, ਗੁਰੂ ਪਤੀ ਦੇ ਦੀਦਾਰ ਕੀਤੇ ਨੇ। ਮੈਂ ਵੇਖਦਾ ਇਸ ਦੇਸ਼ ਦੇ ਵਿੱਚ ਕਿਸੇ ਭੈਣ ਦੇ ਸਿਰ ਦਾ ਸਾਈਂ ਅਤ ਸ਼ਰਾਬੀ ਕਬਾਬੀ ਕ੍ਰੋਧੀ ਹੋਵੇ, ਹਰ ਵੇਲੇ ਦੁੱਖ ਦਿੰਦਾ ਹੋਵੇ, ਤੇ ਉਹੋ ਜਿਹਾ ਪਤੀ ਵੀ ਜੇ ਕਿਤੇ ਸਾਹਮਣੇ ਜਵਾਨ ਪਤੀ ਦੀ ਲਾਸ਼ ਪਈ ਹੋਵੇ ਤੇ ਵੇਖਣ ਵਾਲਾ ਨਜ਼ਾਰਾ ਹੁੰਦਾ ਹੈ, ਕਿਸ ਤਰ੍ਹਾਂ ਚੀਖਾਂ ਮਾਰ ਮਾਰ ਕੇ ਸਿਰ ਦੇ ਵਾਲ ਪਟਸ ਦਿੰਦੀਆਂ ਨੇ, ਕਿਸ ਤਰ੍ਹਾਂ ਰੋਂਦੀਆਂ ਨੇ। ਪਰ ਇਹ ਵੀ ਤਾਂ ਇੱਕ ਪਤਨੀ ਹੈ ਨਾ, ਜਿਹਦਾ ਪਤੀ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ, ਤੇ ਸਾਹਮਣੇ ਧੜ ਨਜ਼ਰ ਨਾ ਆ ਰਿਹਾ ਵੇ, ਕੇਵਲ ਸੀਸ, ਹੱਥ ਜੁੜ ਗਏ ਤੇ ਕਿਹਾ ਮੇਰੇ ਸਤਿਗੁਰੂ ਤੁਹਾਡੀ ਨਿਭ ਗਈ ਹੈ, ਇੱਕ ਅਸੀਸ ਦੇ ਕੇ ਜਾਓ, ਗੁਜਰੀ ਦੀ ਵੀ ਨਿਭ ਜਾਵੇ, ਕਿਉਂਕਿ ਹਾਲੇ ਪਤਾ ਨਹੀਂ ਕੀ ਕੀ ਗੁਜ਼ਰਨਾ ਹੈ। ਤੇ ਵਾਕਈ ਚ ਬਾਅਦ ਚ ਬਹੁਤ ਕੁਝ ਗੁਜ਼ਰਿਆ ਹੈ। ਆਪ ਨੂੰ ਪਤਾ ਹੋਵੇ ਪਰਿਵਾਰ ਵਿਛੋੜਾ, ਕਿਸ ਤਰ੍ਹਾਂ ਪੋਤਰਿਆਂ ਦੀ ਸ਼ਹੀਦੀ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਅੱਗੇ ਵਧੇ, ਵੇਖਿਆ, ਦੀਦਾਰ ਕੀਤੇ, ਉਦੋਂ ਫਿਰ ਸਤਿਗੁਰੂ ਜੀ ਨੇ ਲਲਕਾਰ ਦਿੱਤੀ ਸੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਤੇ ਇਹੀ ਬਚਨ ਉੱਥੇ ਕਹੇ ਸਨ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਵਕਤ ਇਜਾਜ਼ਤ ਨਹੀਂ ਦਿੰਦਾ ਸਾਧ ਸੰਗਤ ਜੀ, ਕਦੀ ਸਮਾਂ ਬਣਿਆ ਤੇ ਵਿਸਥਾਰ ਨਾਲ ਇਹ ਸ਼ਹੀਦੀ ਸਾਕਾ ਆਨੰਦਪੁਰ ਸਾਹਿਬ ਤੱਕ ਸੀਸ ਪਹੁੰਚਣ ਤੱਕ ਦਾ ਵਿਸਥਾਰ ਨਾਲ ਤੁਹਾਡੇ ਨਾਲ ਸਾਂਝਾ ਕਰਾਂਗੇ। ਟੀ ਸੀਰੀਜ਼ ਕੰਪਨੀ ਨੇ ਇਹ ਸ਼ਹੀਦੀ ਸਾਕਾ ਰਿਲੀਜ਼ ਵੀ ਕੀਤਾ ਸੀ ਸੀਡੀਆਂ ਦੇ ਰੂਪ ਵਿੱਚ, YouTube ਤੇ ਸ਼ਾਇਦ ਮੌਜੂਦ ਹੈ, ਤੇ ਯਤਨ ਕਰਿਓ, ਤੁਹਾਨੂੰ ਇੱਕ ਇੱਕ ਦਿਨ ਦਾ ਪਤਾ ਲੱਗੇਗਾ, ਇੱਕ ਇੱਕ ਪਲ ਦਾ ਉਹਦੇ 'ਚ ਪਤਾ ਲੱਗੇਗਾ। ਲਗਭਗ 3 ਘੰਟੇ ਦੀ ਰਿਕਾਰਡਿੰਗ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਮਹਾਨ ਕਿਰਪਾ ਕੀਤੀ, ਉਸ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ, ਜਿਸ ਵਾਹਿਗੁਰੂ ਬਾਰੇ ਅੱਜ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ, ਤੂੰ ਥਾਨ ਥਨੰਤਰ ਹਰ ਏਕੋ ਏਕ ਰਵਿਆ। ਥਾਨ ਥਨੰਤਰ, ਜਿੱਥੇ ਕੋਈ ਅੰਤਰ ਕੋਈ ਵਿਥ ਨਹੀਂ, ਹਰ ਜਗ੍ਹਾ ਮਾਲਕ ਵਾਹਿਗੁਰੂ ਤੂੰ ਮੌਜੂਦ ਹੈ। ਵਣ ਤ੍ਰਣ ਤ੍ਰਿਭੁਵਨ ਸਭ ਸ੍ਰਸ਼ਟ ਮੁਖ, ਹਰ ਹਰ ਨਾਮ ਚਵਿਆ। ਹਰ ਜਗ੍ਹਾ ਹੀ ਤੂੰ ਮੌਜੂਦ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ। ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਜਦ ਵਾਹਿਗੁਰੂ ਨੂੰ ਇਉਂ ਕੋਈ ਜਾਣਦਾ ਹੈ ਨਾ, ਨੇੜੇ ਵੇਖਦਾ ਹੈ,
ਤੇ ਵਾਹਿਗੁਰੂ ਬਹੁਤ ਨੇੜੇ ਹੋ ਕੇ ਮਿਲਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਦਾ ਹੀ ਰੂਪ ਹੋ ਗਏ। ਗੁਰ ਕਿਰਪਾ ਜਨ ਨਰ ਕਉ ਕੀਨੀ, ਤਿਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਹੁਕੂਮਤ ਕਹਿੰਦੀ ਸੀ ਕਿ ਸੀਸ ਉਤਾਰ ਦਿਆਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਤੁਹਾਡੀ ਜ਼ਰੂਰਤ ਨਹੀਂ, ਤੁਸੀਂ ਸੀਸ ਉਤਾਰ ਸਕੋ, ਅਸੀਂ ਆਪ ਮਾਲਕ ਵਾਹਿਗੁਰੂ ਜੀ ਦੇ ਭਾਣੇ 'ਚ ਸੀਸ ਦੇਣ ਆਏ ਹਾਂ। ਤੇ ਗੱਲ ਯਾਦ ਰੱਖਣਾ, ਜੇ ਉਹਨੂੰ ਭਾਵੇਗਾ ਤੇ ਸੀਸ ਉਤਰੇਗਾ ਨਹੀਂ, ਸਗੋਂ ਸੀਸ ਕਾਇਮ ਹੋ ਜਾਵੇਗਾ। ਸੀਸ ਉਤਰਿਆ ਕਿੱਥੇ ਹੈ ਸਾਧ ਸੰਗਤ ਜੀ? ਤੁਸੀਂ ਵੇਖ ਰਹੇ ਹੋ ਸੀਸ ਗੰਜ ਸਾਹਿਬ ਦੇ ਰੂਪ ਵਿੱਚ ਰਹਿੰਦੀ ਦੁਨੀਆ ਤੱਕ ਹਮੇਸ਼ਾ ਲਈ ਕਾਇਮ ਹੋ ਗਿਆ ਹੈ। ਤੇ ਲੱਖਾਂ ਸੀਸ ਰੋਜ਼ ਸਾਹਮਣੇ ਤੋਂ ਸਜਦਾ ਕਰਕੇ ਇਸ ਸੀਸਗੰਜ ਸਾਹਿਬ ਨੂੰ ਨਿਕਲਦੇ ਨੇ। ਇੱਕ ਸੀਸਗੰਜ ਸਾਹਿਬ ਇਹ, ਇੱਕ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ, ਜਿੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ। ਇਹ ਦੁਨੀਆ 'ਚ ਸ਼ਾਇਦ ਪਹਿਲੀ ਘਟਨਾ ਵਾਪਰੀ ਕਿ ਇੱਕ ਧੜ ਦੇ ਦੋ ਸੰਸਕਾਰ, ਧੜ ਦਾ ਸੰਸਕਾਰ ਹੋਇਆ ਰਕਾਬਗੰਜ ਸਾਹਿਬ ਤੇ ਸੀਸ ਦਾ ਸੰਸਕਾਰ ਆਨੰਦਪੁਰ ਸਾਹਿਬ, ਉਸ ਸੀਸਗੰਜ ਸਾਹਿਬ ਗੁਰਦੁਆਰੇ ਵਾਲੀ ਜਗ੍ਹਾ ਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਮਾਲਕ ਵਾਹਿਗੁਰੂ ਜੀ ਨੂੰ ਹਮੇਸ਼ਾ ਨੇੜੇ ਕਰਕੇ ਜਾਣਿਆ। ਸਭ ਚਮ ਹੈ ਹਰ ਹਰ ਨਾਮ ਕਰਤੇ, ਅਸੰਖ ਅਗਣਤ ਹਰ ਧਿਆਵੇ। ਮਾਲਕ ਵਾਹਿਗੁਰੂ, ਚਮਹਿ ਦਾ ਅਰਥ ਹੈ ਬੋਲਣਾ। ਤੇਰੇ ਨਾਮ ਨੂੰ ਹਰ ਕੋਈ ਬੋਲਦਾ ਹੈ। ਅਸੰਖ ਨੇ ਜਿਨ੍ਹਾਂ ਦੀ ਗਿਣਤੀ ਤੋਂ ਬਾਹਰ ਨੇ, ਜੋ ਅਗਣਤ, ਗਣਤ ਗਿਣਤੀ, ਤੇ ਜਿੱਥੇ ਐੜਾ ਸਾਹਮਣੇ ਆ ਜਾਵੇ ਅਣਗਿਣਤ। ਕਹਿੰਦੇ ਅਣਗਿਣਤ ਨੇ ਜੋ ਵਾਹਿਗੁਰੂ ਤੈਨੂੰ ਧਿਆ ਰਹੇ ਨੇ। ਸੇ ਧੰਨ ਧੰਨ ਹਰ ਸੰਤ ਸਾਧ, ਜੋ ਹਰ ਭਵ ਕਰਤੇ ਭਾਵੈ। ਤੇਰੇ ਨਾਮ ਨੂੰ ਜਪਣ ਵਾਲੇ ਵੀ ਬੇਅੰਤ ਨੇ, ਉਹ ਨੇ ਭਗਤ ਤੇਰੇ ਮਨ ਭਾਵਦੇ ਦਰਸੋਂ ਹਨ ਕੀਰਤ ਗਾਉਂਦੇ। ਬੇਅੰਤ ਨੇ ਸਾਧ ਸੰਤ ਭਗਤ ਜਨ, ਜੋ ਤੈਨੂੰ ਭਾ ਜਾਂਦੇ ਨੇ, ਪਰ ਤੈਨੂੰ ਵੀ ਪਾਉਂਦੇ ਨੇ, ਤੂੰ ਵੀ ਉਹਨਾਂ ਨੂੰ ਭਾ ਜਾਂਦਾ ਹੈ, ਤੂੰ ਵੀ ਉਹਨਾਂ ਨੂੰ ਪਿਆਰਾ ਲੱਗਦਾ ਹੈ। ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਕਹਿੰਦੇ ਉਹ ਸਫਲ ਦਰਸ਼ਨ, ਐ ਕਰਤਾਰ, ਐ ਮਾਲਕ ਵਾਹਿਗੁਰੂ, ਜੋ ਤੇਰੇ ਸਫਲ ਦਰਸ਼ਨ ਨੇ, ਫਲ ਦੇਣ ਵਾਲੇ ਦਰਸ਼ਨ ਨੇ, ਉਹ ਦਰਸ਼ਨ ਤੂੰ ਦੇ ਦੇ, ਹਿਰਦੇ ਦੇ ਵਿੱਚ ਵਸ ਜਾ। ਕਿਉਂਕਿ ਹਿਰਦਾ ਇਹੀ ਮੰਗ ਮੋਲ ਰਿਹਾ ਹੈ, ਇਹੀ ਮੰਗ ਰਿਹਾ ਹੈ। ਤੂੰ ਥਾਨ ਥਨੰਤਰ ਹਰ ਏਕ, ਏਕੋ ਏਕ ਰਵਿਆ। ਹੇ ਕਰਤਾਰ, ਜਿਸ ਦੇ ਹਿਰਦੇ 'ਚ ਤੂੰ ਵਸਦਾ ਹੈ, ਜੋ ਸਦਾ ਤੇਰਾ ਨਾਮ ਉਚਾਰਦਾ ਹੈ, ਉਹ ਮਨੁੱਖ ਕਾਮਯਾਬ ਜੀਵਨ ਵਾਲਾ ਹੈ। ਮਨੁ ਉਸ ਦਾ ਦਰਸ਼ਨ ਬਖਸ਼। ਹੇ ਹਰੀ, ਹਰੇਕ ਥਾਂ ਵਿੱਚ ਇੱਕ ਤੂੰ ਹੀ ਤੂੰ ਮੌਜੂਦ ਹੈ, ਹਰ ਜਗ੍ਹਾ ਤੂੰ ਸਮਾਇਆ ਹੋਇਆ ਹੈ। ਇਤਨਿਕ ਸੇਵਾ ਪ੍ਰਵਾਨ ਕਰਨੀ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਕੱਲ ਇਸੇ ਪਾਵਨ ਸ਼ਹੀਦੀ ਅਸਥਾਨ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼ਹੀਦੀ ਪੁਰਬ ਦੇ ਉਪਲਕਸ਼ ਵਿੱਚ ਆਰੰਭ ਹੋਣਾ ਹੈ। ਤੁਸੀਂ ਸਾਰੇ ਹੀ ਟਾਈਮ ਸਿਰ ਹਾਜ਼ਰੀਆਂ ਭਰਨਾ। ਸਾਂਝੇ ਤੌਰ ਤੇ ਸਾਰਿਆਂ ਦਾ ਧੰਨਵਾਦ। ਸਾਰਿਆਂ ਲਈ ਅਰਦਾਸ ਹੈ, ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।